ਸੰਨਿਆਸ। ਮੈਂ ਰੁੱਖਾਂ ਨੂੰ ਪੁੱਛਦੀ ਹਾਂ ਕਿ ਤੁਸੀਂ ਮੈਨੂੰ ਦੱਸੋ, ਸੰਨਿਆਸੀ ਮਨ ਕਿਹੋ ਜਿਹਾ ਹੁੰਦਾ ਵਾ? ਸੰਨਿਆਸੀ ਮਨ ਦੀ ਹਾਲਤ ਕਿਹੋ ਜਿਹੀ ਹੁੰਦੀ ਆ? ਉਹ ਕਿੰਝ ਸੋਚਦਾ ਵਾ ਅਤੇ ਕਿੰਝ ਜ਼ਿੰਦਗੀ ਨੂੰ ਦੇਖਦਾ ਵਾ, ਅਤੇ ਜ਼ਿੰਦਗੀ ਦੇ ਪ੍ਰਤੀ ਉਸ ਦੀ ਭਾਵਨਾ ਕਿਹੋ ਜਿਹੀ ਹੁੰਦੀ ਆ? ਚੁੱਪ ਦੇ ਵਿੱਚ ਹੁੰਦੀ ਆ ਇਹ ਮੇਰੀ ਰੁੱਖਾਂ ਦੇ ਨਾਲ ਗੱਲਬਾਤ, ਅਤੇ ਇੰਨਾ ਸੁੰਦਰ ਅਤੇ ਨਿਰਾਲਾ ਮਾਹੌਲ ਹੁੰਦਾ, ਇੰਨਾ ਸੋਹਣਾ ਵਾਤਾਵਰਨ ਹੁੰਦਾ। ਇੰਝ ਲੱਗਦਾ ਕਿ ਜਿਸ ਤਰ੍ਹਾਂ ਕੋਈ ਬਹੁਤ ਹੀ ਅਨੂਠਾ ਕਿਸੇ ਹੋਰ ਹੀ ਡਿਮੈਂਸ਼ਨ ਦੇ ਵਿੱਚ ਇਹ ਸਤਸੰਗ ਹੋ ਰਿਹਾ ਵਾ, ਜਿੱਥੇ ਚਾਹੇ ਮੈਂ ਦੇਖਦੀ ਹਾਂ ਕਿ ਕੰਨਾਂ ਦੇ ਰਾਹੀਂ ਮੇਰੇ ਵਿੱਚ ਆਵਾਜ਼ ਆਉਂਦੀ ਆ, ਪਰ ਮੈਨੂੰ ਇੰਝ ਲੱਗਦਾ ਕਿ ਨਹੀਂ, ਅੱਜ ਕੰਨ ਸੁਣ ਨਹੀਂ ਰਹੇ, ਅੱਜ ਕੰਨ ਨਾਲ ਦੀ ਨਾਲ ਬੋਲ ਵੀ ਰਹੇ ਨੇ। ਮੇਰੀ ਜ਼ੁਬਾਨ ਜ਼ਰੂਰ ਸਾਥ ਦਿੰਦੀ ਆ, ਪਰ ਨਹੀਂ, ਇਹ ਬੋਲਣੀ ਆ ਜੋ ਇਹ ਕੰਨਾਂ ਦੇ ਥਰੂ ਹੀ ਆ ਰਹੀ ਆ। ਜਿਸ ਤਰ੍ਹਾਂ ਹੁਣ ਮੈਂ ਤੁਹਾਡੇ ਨਾਲ ਇਹ ਸਾਂਝ ਪਾ ਰਹੀ ਹਾਂ, ਇਸ ਵਕਤ ਵੀ ਅਜਿਹਾ ਹੀ ਮਾਹੌਲ ਮੇਰੇ ਕੰਨਾਂ ਦੇ ਵਿੱਚ ਆ ਕੇ ਖੜੋ ਗਿਆ। ਮੈਨੂੰ ਇੰਝ ਲੱਗਦਾ ਕਿ ਕੰਨ ਵੀ ਅਵੇਅਰ ਹੋ ਗਿਆ ਕਿ ਅਸੀਂ ਕਿਸੇ ਆਹਟ ਤੋਂ ਵਾਂਝੇ ਨਾ ਰਹਿ ਜਾਈਏ। ਹਰ ਚੀਜ਼ ਨੂੰ ਪੂਰੀ ਗੌਰ ਦੇ ਨਾਲ ਦੇਖਣਾ, ਪੂਰੀ ਗੌਰ ਨਾਲ ਸੁਣਨਾ, ਪੂਰੀ ਗੌਰ ਦੇ ਨਾਲ ਤੱਕਣਾ। ਜਦੋਂ ਅਸੀਂ ਹੋਸ਼ਮੰਦੀ ਦੇ ਇਸ ਮੁਕਾਮ 'ਤੇ ਹੁੰਦੇ ਹਾਂ, ਅਸੀਂ ਕਹਿ ਨਹੀਂ ਸਕਦੇ ਕਿ ਸਾਡੀ ਅੱਖ ਦੇਖਦੀ ਆ। ਸਾਨੂੰ ਇੰਝ ਲੱਗੂਗਾ ਕਿ ਸਾਡੇ ਅੱਖ ਨਹੀਂ ਦੇਖਦੀ, ਸਾਡੇ ਕੰਨ ਵੀ ਦੇਖਦੇ ਆ। ਸਾਡੇ ਕੰਨ ਸੁਣਦੇ ਨਹੀਂ, ਸਾਡੇ ਕੰਨ ਬੋਲਦੇ ਵੀ ਆ। ਸਾਡੀ ਜ਼ੁਬਾਨ ਬੋਲਦੀ ਨਹੀਂ, ਸਾਡੀ ਜ਼ੁਬਾਨ ਸੁਣਦੀ ਵੀ ਆ, ਦੇਖਦੀ ਵੀ ਆ, ਕਿਉਂਕਿ ਇਸ ਅਵੇਅਰਨੈਸ ਦੇ ਵਿੱਚ ਸਾਡਾ ਜਿਸਮ ਇੱਕ ਹੋ ਜਾਂਦਾ ਵਾ। ਮੈਂ ਦੇਖਦੀ ਹਾਂ ਇੰਨੇ ਚੁੱਪ ਵਾਤਾਵਰਨ ਦੇ ਵਿੱਚ ਹਵਾ ਵੱਜ ਰਹੀ, ਜਿਸ ਤਰ੍ਹਾਂ ਇਸ ਨੇ ਵੀ, ਜਿਸ ਤਰ੍ਹਾਂ ਹੁੰਦਾ ਨਹੀਂ ਗਾ ਕਿ ਅਸੀਂ ਕਿਤੇ ਘਰ ਦੇ ਵਿੱਚ ਹੌਲੇ ਹੌਲੇ ਚੱਲਦੇ ਹਾਂ, ਕਿ ਸਾਡੀ ਆਵਾਜ਼ ਵੀ, ਪੈਰਾਂ ਦੀ ਪੈੜ ਵੀ ਕਿਸੇ ਨੂੰ ਸੁਣਾਈ ਨਾ ਦੇਵੇ, ਤਾਂ ਕਿ ਕੋਈ ਜਾਗ ਨਾ ਜਾਵੇ। ਰਾਤ ਦੇ ਪਹਿਰ ਜਦ ਕਦੇ ਕਦਾਈ ਸਾਡੇ ਨਾਲ ਇਹੋ ਜਿਹੀ ਵਾਰਤਾਲਾਪ ਜਾਂ ਇਹੋ ਜਿਹੀ ਘਟਨਾ ਸਾਡੇ ਹਰ ਇੱਕ ਦੇ ਨਾਲ ਬੀਤਦੀ ਹੋਈ ਬੀਤਦੀ ਆ। ਇਸੇ ਤਰ੍ਹਾਂ ਹੀ ਲੱਗਦਾ ਕਿ ਜਿਸ ਤਰ੍ਹਾਂ ਹਵਾ ਵੀ ਅੱਜ ਆਪਣੇ ਆਪ ਨੂੰ ਬਚਾ ਕੇ ਚੱਲਦੀ ਆ। ਉਹ ਸੋਚਦੀ ਆ ਕਿ ਮੇਰੀ ਸਰਸਰਾਹਟ ਕਿਤੇ ਇਸ ਸਤਸੰਗ ਦੇ ਵਿੱਚ ਭੰਗ ਨਾ ਪਾ ਦੇਵੇ। ਰੁੱਖਾਂ ਤੋਂ ਝੜਦੇ ਪੱਤਿਆਂ ਨੇ ਜਿਵੇਂ ਖੁਦ ਨੂੰ ਰੋਕ ਲਿਆ, ਸੂਰਜ ਨੇ ਜਿਵੇਂ ਰੁਕ ਗਿਆ। ਮੈਨੂੰ ਇੰਝ ਲੱਗਦਾ ਕਿ ਜ਼ਿੰਦਗੀ ਦੀ ਹਰ ਚੀਜ਼ ਮੇਰੇ ਅੱਗੇ ਰੁਕ ਰਹੀ ਆ, ਅਤੇ ਸਾਰੀ ਚੀਜ਼ ਸੁਣਨੇ ਮੰਗਦੀ ਆ। ਇਸ ਚੁੱਪ ਦੇ ਵਿੱਚ ਮੇਰੀ ਤੇ ਰੁੱਖਾਂ ਦੀ ਗੁਫ਼ਤਗੂ ਨੂੰ, ਜਿਸ ਤਰ੍ਹਾਂ ਆਪਾਂ ਦੇਖਦੇ ਨਹੀਂ ਹੁੰਦੇ, ਜਦੋਂ ਕਿਤੇ ਦੋ ਜਾਣੇ ਗੱਲ ਕਰਦੇ ਹੋਣ ਘਰ ਦੇ ਵਿੱਚ, ਆਪਣਾ ਧਿਆਨ ਉਸ ਵੱਲ ਹੀ ਜਾਂਦਾ। ਆਪਾਂ ਦੇਖਦੇ ਹਾਂ ਕਿ ਇਹ ਵੀ ਬਾਤ ਸਾਡੀ ਸੁਣਨ ਨੂੰ ਤਿਆਰ ਆ, ਇਹਦਾ ਵੀ ਧਿਆਨ ਸਾਡੇ 'ਚ ਆ ਕਿ ਅਸੀਂ ਕੀ ਗੱਲ ਬਾਤ ਕਰ ਰਹੇ ਹਾਂ। ਉਹੀ ਜਿਹੜਾ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ, ਰੋਜ਼ਾਨਾ ਘਟਨਾਵਾਂ ਦੇ ਵਿੱਚ ਸਾਡੇ ਨਾਲ ਘਟਨਾਵਾਂ ਵਾਪਰਦੀਆਂ ਨੇ, ਛੋਟੀਆਂ ਛੋਟੀਆਂ, ਜਿਨ੍ਹਾਂ ਨੂੰ ਅਸੀਂ ਕਦੇ ਬਰੀਕੀ ਦੇ ਵਿੱਚ ਦੇਖਿਆ ਨਹੀਂ ਗਾ, ਜਾਣਿਆ ਨਹੀਂ ਗਾ। ਉਹੀ ਘਟਨਾਵਾਂ ਜਦੋਂ ਅਵੇਅਰਨੈਸ ਦੇ ਵਿੱਚ ਵਾਪਰਦੀਆਂ ਨੇ, ਅਸੀਂ ਸਿਰਫ ਇਨਸਾਨ ਦੇ ਨਾਲ ਹੀ ਅਜਿਹੀ ਵਾਰਤਾਲਾਪ ਨਹੀਂ ਕਰਾਂਗੇ, ਅਸੀਂ ਰੁੱਖਾਂ ਦੇ ਨਾਲ, ਅਸੀਂ ਪਕਸ਼ੀਆਂ ਦੇ ਨਾਲ, ਜਾਨਵਰਾਂ ਦੇ ਨਾਲ, ਮਤਲਬ ਕਿ ਕੁਦਰਤ ਦੀ ਹਰ ਚੀਜ਼ ਦੇ ਨਾਲ ਸਾਡੀ ਵਾਰਤਾਲਾਪ ਵੈਸੇ ਹੀ ਹੋਊਗੀ। ਅਤੇ ਸਾਨੂੰ ਇੰਝ ਹੀ ਲੱਗੂਗਾ ਜੋ ਅਸੀਂ ਜ਼ਿੰਦਗੀ ਦੇ ਵਿੱਚ ਕਰਦੇ ਹਾਂ, ਸਾਨੂੰ ਲੱਗਦਾ ਕਿ ਇਹ ਸਾਡਾ ਸੁਭਾਅ ਆ, ਇਹ ਜ਼ਿੰਦਗੀ ਦਾ ਇੱਕ ਸਾਧਨ ਆ। ਨਹੀਂ, ਉਹ ਜੋ ਸਾਨੂੰ ਜ਼ਿੰਦਗੀ ਦਾ ਇੱਕ ਸਾਧਨ ਲੱਗਦਾ, ਉਹ ਸਾਧਨ ਸਾਨੂੰ ਇੰਝ ਹੀ ਲੱਗਦਾ ਵਾ ਕਿਉਂਕਿ ਅਸੀਂ ਹੋਰ ਕਿਸੇ ਵੱਡੇ ਮੁਕਾਮ 'ਤੇ, ਜਾਂ ਅਸੀਂ ਹੋਰ ਕਿਸੇ ਗਹਿਰੇ ਮੁਕਾਮ ਦੇ ਵਿੱਚ ਉਸ ਸਾਧਨ ਦਾ ਉਪਯੋਗ ਨਹੀਂ ਕੀਤਾ। ਮੈਂ ਦੇਖਦੀ ਹਾਂ ਕਿ ਇਸ ਅਨਮੋਲ ਚੁੱਪ ਦੇ ਵਾਤਾਵਰਨ ਦੇ ਵਿੱਚ ਮੇਰੀਆਂ ਅੱਖਾਂ ਦੇ ਵਿੱਚ ਜੋ ਨਵੀਆਂ ਇਹ ਬ੍ਰਹਿਮੰਡ ਦਾ ਧੰਨਵਾਦ ਕਰਨ ਦੇ ਲਈ ਆਈ ਆ। ਮੈਨੂੰ ਲੱਗਦਾ ਵਾ ਇਸ ਤਮਾਮ ਬ੍ਰਹਿਮੰਡ ਦੇ ਵਿੱਚ ਐਕਟਿਵ, ਜਿਸ ਦੀ ਗਤੀ ਆ, ਜਿਸ ਦੀ ਕੋਈ ਰਫਤਾਰ ਆ, ਜਿਸ ਦੀ ਕੋਈ ਸਪੀਡ ਆ, ਉਹ ਸਿਰਫ ਮੈਂ ਆ। ਬਾਕੀ ਸਭ ਕੁਝ ਠਹਿਰ ਗਿਆ।
ਮੇਰੀ ਇਸ ਮੈਂ ਦੀ ਰਫ਼ਤਾਰ ਨੂੰ ਦੇਖਣ ਦੇ ਲਈ। ਇਹ ਇੱਕ ਕੈਸਾ, ਮੈਂ ਕਹਾਂ ਕਿਹੋ ਜਿਹਾ ਡਿਮੈਂਸ਼ਨ ਜਿਸ ਨੂੰ ਮੈਂ ਜਾਣਦੀ ਹਾਂ, ਪਰ ਜਿਹੜਾ ਇਹ ਅਨੁਭਵ ਹੋ ਰਿਹਾ ਨਿਰਾਲਾ, ਜਿਸ ਨੇ ਸਭ ਕੁਝ ਰੋਕ ਦਿੱਤਾ ਪਰ ਮੈਂ ਨਹੀਂ ਰੁਕੀ। ਇੰਝ ਲੱਗਦਾ ਕਿ ਇਸ ਨੂੰ ਮੈਂ ਜਾਣਦੀ ਸੀ ਪਰ ਮੈਂ ਭੁੱਲ ਗਈ ਸੀ। ਜਦ ਵਕਤ ਚੱਲਦਾ ਵਾ, ਜ਼ਿੰਦਗੀ ਕਿੰਝ ਰੁਕ ਜਾਂਦੀ ਆ। ਇਹ ਬੜਾ ਹੀ ਅਨੂਠਾ ਅਨੁਭਵ ਆ। ਅੱਜ ਤੱਕ ਜੋ ਵੀ ਪੜ੍ਹਿਆ ਸੀ ਉਸ ਨੂੰ ਅੱਜ ਅਨੁਭਵ ਕਰ ਰਹੀ ਹਾਂ ਕਿ ਕਿੰਝ ਰੁਕੇ ਹੋਏ ਦੀ ਜਿਹੜੀ ਰਫ਼ਤਾਰ ਹੁੰਦੀ ਆ, ਰੁਕੇ ਹੋਏ ਦੀ ਜਿਹੜੀ ਗਤੀ ਹੁੰਦੀ ਆ, ਉਹ ਕਿੰਨੀ ਤੇਜ਼ ਹੁੰਦੀ ਆ। ਆਪਾਂ ਦੇਖਦੇ ਨਹੀਂ, ਤੇਜ਼ ਰਫ਼ਤਾਰ ਨਾਲ ਚੱਲਦੀ ਟ੍ਰੇਨ ਦੇ ਵਿੱਚ ਕਦੇ ਬੈਠੇ ਹੁੰਦੇ ਆ ਅਤੇ ਜੋ ਨਜ਼ਦੀਕ ਦੇ ਰੁੱਖ ਹੁੰਦੇ ਨੇ ਉਹ ਕਿੰਝ ਇੰਝ ਲੱਗਦਾ ਕਿ ਕਿੰਝ ਤੇਜ਼ੀ ਦੇ ਨਾਲ ਭੱਜਦੇ ਆ, ਅਤੇ ਦੂਰ ਜਾਂਦੇ ਰੁੱਖਾਂ ਦੇ ਉੱਤੇ ਅਸੀਂ ਨਿਗਾਹ ਮਾਰਾਂਗੇ, ਸਾਨੂੰ ਐਵੇਂ ਲੱਗਦਾ ਕਿ ਉਹ ਰੁੱਖ ਖੜ੍ਹੇ ਆ। ਕਿਉਂ? ਗਤੀ ਅਤੇ ਸਪੇਸ ਅਤੇ ਸਪੀਡ। ਸਾਇੰਸ ਦੀ ਇਸ ਸਪੇਸ ਅਤੇ ਸਪੀਡ ਦਾ ਜੋ ਅਨੁਭਵ ਆ ਉਹ ਅੱਜ ਮੈਂ ਕਰ ਰਹੀ ਹਾਂ। ਬਹੁਤ ਹੀ ਗਹਿਰਾ, ਬਹੁਤ ਹੀ ਵਿਸ਼ਾਲ। ਮਤਲਬ ਇਹ ਆ ਕਿ ਜ਼ਿੰਦਗੀ ਦੇ ਅਸੀਂ ਕਿਸੇ ਵੀ ਵਿਸ਼ੇ ਨੂੰ ਚੂਜ਼ ਕਰ ਲਈਏ, ਚੁਣ ਲਈਏ, ਉਸ ਵਿਸ਼ੇ ਦੇ ਉੱਤੇ, ਉਸ ਰਾਹ ਦੇ ਉੱਤੇ ਚੱਲੀਏ, ਤਾਂ ਜ਼ਿੰਦਗੀ ਆਪਣੇ ਆਪ ਦੇ ਵਿੱਚ ਹੀ ਇੰਨੀ ਮੁਕੰਮਲ ਆ ਕਿ ਸਾਨੂੰ ਉਸ ਰਾਹ ਦੇ ਪ੍ਰਤੀ ਪੂਰੀ ਜਾਣਕਾਰੀ ਦਿੰਦੀ ਆ। ਅਤੇ ਸਭ ਤੋਂ ਉੱਤਮ ਜ਼ਿੰਦਗੀ ਦੀ ਰਾਹ ਵਾ ਜਦ ਅਸੀਂ ਖੁਦ ਨੂੰ ਜਾਣਨ ਦੇ ਲਈ ਉਤਸੁਕ ਹੋ ਜਾਂਦੇ ਹਾਂ, ਖੁਦ ਨੂੰ ਜਾਣਨ ਦੇ ਲਈ ਉਤਾਵਲੇ ਹੋ ਜਾਂਦੇ ਹਾਂ। ਖੁਦ ਨੂੰ ਜਾਣਨਾ ਹੀ ਇਸ ਨੂੰ ਨਾਮ ਦਿੱਤਾ ਗਿਆ ਧਾਰਮਿਕ, ਅਤੇ ਜਦੋਂ ਸਾਨੂੰ ਸਾਡੀ ਪਹਿਚਾਣ ਹੋ ਜਾਂਦੀ ਆ ਉਸ ਨੂੰ ਨਾਮ ਦਿੱਤਾ ਗਿਆ ਆਤਮਿਕ। ਹੁਣ ਮੈਂ ਦੇਖਦੀ ਹਾਂ ਕਿ ਜ਼ਿੰਦਗੀ ਨੇ ਪਹਿਲੇ ਕਦਮ ਦੇ ਉੱਤੇ ਹੀ, ਜਦੋਂ ਮੇਰੇ ਮਨ ਦਾ ਡਿਮੈਂਸ਼ਨ ਚੇਂਜ ਹੋਇਆ, ਮੈਨੂੰ ਪਹਿਲੇ ਕਦਮ ਦੇ ਉੱਤੇ ਹੀ ਇੱਕ ਸਿੱਖਿਆ ਦਿੱਤੀ ਆ, ਜਿੱਥੇ ਮੈਂ ਦੇਖਦੀ ਹਾਂ ਕਿ ਸਭ ਕੁਝ ਇੱਕ ਆ। ਹਜੇ ਮੈਂ ਇਸ ਡਿਮੈਂਸ਼ਨ ਦੇ ਵਿੱਚ ਦਾਖਲ ਵੀ ਨਹੀਂ ਹੋਈ, ਹਜੇ ਮੇਰੀ ਇਸ ਡਿਮੈਂਸ਼ਨ ਦੇ ਵਿੱਚ ਦਾਖਲ ਹੋਣ ਦੀ ਤਿਆਰੀ ਆ। ਇਸ ਤਿਆਰੀ ਨੇ ਹੀ ਦੱਸ ਦਿੱਤਾ ਕਿ ਤਮਾਮ ਕਾਇਨਾਤ ਇੱਕ ਆ। ਤਾਂ ਮੇਰੇ ਕੋਲੇ ਇਸ ਇਆਮ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਮੇਰੇ ਕੋਲ ਇੱਕ ਸਵਾਲ ਪੈਦਾ ਹੋ ਗਿਆ। ਫਿਰ ਇਹ ਧਾਰਮਿਕ ਗੁਰੂ ਸਾਇੰਸ ਤੇ ਧਰਮ ਨੂੰ ਅਲੱਗ ਕਿਉਂ ਮੰਨਦੇ ਆ? ਸਾਇੰਸ ਕਹਿ ਦੇਵੇ ਕਿ ਧਰਮ ਸਾਇੰਸ ਤੋਂ ਅਲੱਗ ਆ, ਦੈਟਸ ਓਕੇ, ਪਰ ਧਰਮ ਕਹੇ ਸਾਇੰਸ ਧਰਮ ਤੋਂ ਵੱਖਰੀ ਆ, ਇਹ ਹੋ ਨਹੀਂ ਸਕਦਾ। ਮੇਰਾ ਹਜੇ ਛੋਟਾ ਜਿਹਾ ਅਨੁਭਵ ਆ, ਜਿੱਥੇ ਕਿ ਮੈਨੂੰ ਧਰਮ ਸਿਖਾਉਣ ਲੱਗ ਗਿਆ ਸਾਈਕੋਲੋਜੀ ਕੀ ਆ, ਸਾਇੰਸ ਕੀ ਆ, ਫਿਲੋਸਫੀ ਕੀ ਆ, ਮੈਟਾਫਿਜ਼ਿਕਸ ਕੀ ਆ, ਕੈਮਿਸਟਰੀ ਕੀ ਆ, ਸੋਚ ਕੀ ਆ, ਮਨ ਕੀ ਆ, ਰੱਬ ਕੀ ਆ, ਭਾਵਨਾ ਕੀ ਆ, ਇਹ ਸੰਸਾਰ ਕੀ ਆ, ਇਹ ਰਿਸ਼ਤੇ ਕੀ ਨੇ। ਮੈਨੂੰ ਐਂਟਰ ਹੋਣ ਤੋਂ ਪਹਿਲਾਂ ਹੀ ਜ਼ਿੰਦਗੀ ਨੇ ਇਹਨਾਂ ਮਜ਼ਬੂਨਾਂ ਨੂੰ ਮੇਰੇ ਮੂਹਰੇ ਖੜਾ ਕਰ ਦਿੱਤਾ ਕਿ ਹੁਣ ਤੂੰ ਇਸ ਚੀਜ਼ ਨੂੰ ਤੂੰ ਦੇਖੇਂਗੀ, ਇਸ ਚੀਜ਼ ਨੂੰ ਸਮਝੇਂਗੀ, ਇਸ ਚੀਜ਼ ਨੂੰ ਜਾਣੇਂਗੀ। ਇੱਕ ਵਿੱਦਿਆ ਦੇ ਵਿੱਚ, ਇੱਕ ਪੜ੍ਹਾਈ ਦੇ ਵਿੱਚ ਤਮਾਮ ਪੜ੍ਹਾਈਆਂ, ਇੱਕ ਪੜ੍ਹਾਈ ਤੋਂ ਤਮਾਮ ਪੜ੍ਹਾਈਆਂ ਸ਼ੁਰੂ ਹੁੰਦੀਆਂ ਨੇ, ਇੱਕ ਰੱਬ ਤੋਂ ਤਮਾਮ ਕਾਇਨਾਤ ਸ਼ੁਰੂ ਹੁੰਦੀ ਹੈ। ਸਾਇੰਸ ਇੱਕ ਕਲਾ ਵਾ। ਮੈਂ ਜਦੋਂ ਓਸ਼ੋ ਨੂੰ ਬਹੁਤ ਪਸੰਦ ਕਰਦੀ ਹਾਂ, ਮੈਂ ਜਦੋਂ ਓਸ਼ੋ ਵਰਗਾ ਇਨਸਾਨ ਸਾਇੰਸ ਅਤੇ ਧਰਮ ਦੀ ਅਲੱਗ ਹੋਣ ਦੀ ਗੱਲ ਕਰਦਾ ਵਾ, ਮੇਰੇ ਲਈ
ਓਸ਼ੋ ਦੇ ਨਾਮ ਦੇ ਆਲੇ ਦੁਆਲੇ ਬ੍ਰੈਕਟ ਪੈਂਦੀ ਆ। ਕਿੰਝ ਹੋ ਸਕਦਾ ਵਾ? ਮੈਂ ਹਜੇ ਉਸ ਚੀਜ਼ ਦੇ ਵਿੱਚ ਐਂਟਰ ਵੀ ਨਹੀਂ ਕੀਤੀ। ਐਂਟਰ ਲੈਣ ਦੀ ਤਿਆਰੀ ਆ ਕਿ ਮੈਨੂੰ ਕਾਇਨਾਤ ਪਹਿਲਾਂ ਹੀ, ਕੁਦਰਤ, ਨੇਚਰ ਮੇਰਾ ਗੁਰੂ ਆ, ਉਹ ਮੈਨੂੰ ਪਹਿਲਾਂ ਹੀ ਦੱਸ ਰਹੀ ਆ ਕਿ ਤਮਾਮ ਕਾਇਨਾਤ ਇੱਕ ਆ। ਓਸ਼ੋ ਹੋਵੇ, ਸ਼ੰਕਰਾਚਾਰੀਆ ਹੋਵੇ, ਜਾਂ ਕੋਈ ਹੋਰ ਲੀਡਰ ਹੋਣ ਜੋ ਇੰਡੀਆ ਦੇ ਵਿੱਚ ਧਾਰਮਿਕ ਗੁਰੂ ਨੇ, ਹਾਓ, ਕਿੰਝ, ਕਿਵੇਂ, ਕਿਸ ਤਰ੍ਹਾਂ ਇਹ ਇਸ ਕਾਇਨਾਤ ਨੂੰ ਟੁਕੜਿਆਂ ਦੇ ਵਿੱਚ ਦੇਖ ਸਕਦੇ ਆ। ਜੇ ਸਾਨੂੰ ਸੈਲਫ ਰਿਅਲਾਈਜੇਸ਼ਨ, ਇਹ ਗੱਲ ਕਿਵੇਂ ਹੋ ਸਕਦੀ ਆ? ਇਹ ਹੋ ਨਹੀਂ ਸਕਦਾ। ਜੇ ਉਹਨਾਂ ਨੇ ਇਹ ਗੱਲ ਕੀਤੀ ਆ, ਫਿਰ ਮੇਰਾ ਤਾਂ ਪੱਕਾ ਹੀ ਦਾਅਵਾ ਵਾ ਇਸ ਗੱਲ ਦਾ ਕਿ ਉਹਨਾਂ ਨੂੰ ਸੈਲਫ ਰਿਅਲਾਈਜੇਸ਼ਨ ਵੀ ਨਹੀਂ ਸੀ, ਹੋ ਹੀ ਨਹੀਂ ਸਕਦਾ। ਮੈਂ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਆ। ਮੈਨੂੰ ਪਤਾ ਵਾ ਕਿ ਮੈਂ 10ਵੀਂ ਕਲਾਸ ਤੱਕ ਕੀ ਪੜ੍ਹਿਆ ਵਾ, ਕੀ ਹੋਇਆ ਵਾ, ਤਾਂ ਹੀ ਮੈਂ ਕਾਲਜ ਦੇ ਵਿੱਚ ਐਡਮਿਸ਼ਨ ਲਊਂਗੀ। ਮੈਂ 10ਵੀਂ ਤੱਕ ਪੜ੍ਹੀ ਨਾ ਹੋਵਾਂ, ਮੈਂ ਪੇਂਡੂ ਜੀ ਅਨਪੜ੍ਹ ਹੋਵਾਂ, ਤੇ ਮੈਂ ਕਾਲਜ ਦੇ ਜਾ ਕੇ ਗੇਟ ਦੇ ਉੱਤੇ ਖੜੀ ਹੋ ਜਾਵਾਂ ਕਿ ਮੈਨੂੰ ਐਡਮਿਸ਼ਨ ਮਿਲ ਜਾਵੇ, ਕੀ ਮੈਨੂੰ ਮਿਲ ਜੂਗੀ? ਮੈਂ ਅੱਜ ਸੰਨਿਆਸੀ ਡਿਮੈਂਸ਼ਨ ਦੇ ਅੱਗੇ ਖੜੀ ਹਾਂ। ਮੈਂ ਉਸ ਦੇ ਵਿੱਚ ਐਂਟਰੀ ਲੈਣੀ ਆ। ਕੁਦਰਤ ਮੈਨੂੰ ਉਸ ਐਂਟਰੀ ਦੇ ਲਈ ਤਿਆਰ ਕਰਦੀ ਆ। ਮੈਨੂੰ ਸਬਜੈਕਟ, ਜਿਵੇਂ ਅਸੀਂ ਕਾਲਜ ਦੇ ਵਿੱਚ ਸਬਜੈਕਟ ਚੂਜ਼ ਕਰਦੇ ਹਾਂ, ਮੈਨੂੰ ਕੁਦਰਤ ਮੇਰੇ ਸਬਜੈਕਟ ਚੂਜ਼ ਕਰਵਾਉਂਦੀ ਆ। ਮੈਨੂੰ ਨਾਲ ਦੀ ਨਾਲ ਜ਼ਿੰਦਗੀ ਆਪਣੇ ਆਪ ਦੇ ਵਿੱਚ ਇੰਨੀ ਮੁਕੰਮਲ ਆ ਕਿ ਉਹ ਇਨਸਾਨ ਨੂੰ ਹਰ ਸੋਚ ਦੇ ਨਾਲ, ਹਰ ਖੇਤਰ ਦੇ ਨਾਲ, ਹਰ ਹਿੱਸੇ ਤੋਂ ਇਨਸਾਨ ਨੂੰ ਹਰ ਪੱਖ ਤੋਂ ਜਾਣਕਾਰੀ ਦਿੰਦੀ ਆ। ਕੋਈ ਵੀ ਹਿੱਸਾ ਜ਼ਿੰਦਗੀ ਦਾ ਚੁੱਕ ਲਓ, ਉਹ ਆਪਣੇ ਆਪ ਦੇ ਵਿੱਚ ਮੁਕੰਮਲ ਆ। ਸਾਨੂੰ ਇਹ ਮੁਕੰਮਲਤਾ ਦਿਖਦੀ ਨਹੀਂ। ਅਸੀਂ ਸਭ ਤੋਂ ਉੱਚੇ ਵਿਸ਼ੇ ਦੀ ਗੱਲ ਕਰਾਂਗੇ, ਧਰਮ ਦੀ। ਧਰਮ ਨੂੰ ਸਾਇੰਸ ਤੋਂ ਅਲੱਗ ਕਿਵੇਂ ਕਰਾਂਗੇ? ਅਮੇਜ਼ਿੰਗ। ਇਹ ਗੁਰੂ ਕਰ ਦਿੰਦੇ ਆ, ਤੇ ਇਹ ਗੁਰੂ ਕਿੰਝ ਨੇ? ਇਹ ਗੁਰੂ ਬਣ ਕਿੰਝ ਗਏ? ਅਸੀਂ ਇਹਨਾਂ ਨੂੰ ਗੁਰੂ ਮੰਨ ਕਿਵੇਂ ਲਿਆ? ਕਿਉਂਕਿ ਸਾਨੂੰ ਸਮਝ ਨਹੀਂ ਗਈ, ਕਿਉਂਕਿ ਅਸੀਂ ਹਜੇ ਉਹ ਮੁਕਾਮ ਨਹੀਂ ਦੇਖੇ, ਕਿ ਅਸੀਂ ਉਹ ਹਜੇ ਡਿਮੈਂਸ਼ਨ ਦੇਖੇ ਨਹੀਂ ਗੇ। ਜੇ ਉਹ ਡਿਮੈਂਸ਼ਨ ਦੇਖੇ ਹੁੰਦੇ ਤਾਂ ਅਸੀਂ ਗੱਲ ਕਰ ਸਕਦੇ ਸੀਗੇ। ਜਦ ਅਸੀਂ ਉਹ ਡਿਮੈਂਸ਼ਨ ਹਜੇ ਦੇਖੇ ਹੀ ਨਹੀਂ, ਮੈਂ ਤਾਂ ਹਜੇ ਉਸ ਡਿਮੈਂਸ਼ਨ ਦੇ ਵਿੱਚ ਐਂਟਰ ਵੀ ਨਹੀਂ ਹੋਈ, ਮੈਨੂੰ ਤਾਂ ਜਦ ਹੀ ਦਿਖਾਈ ਦੇ ਗਿਆ। ਓਸ਼ੋ, ਜਿਸ ਨੂੰ ਮੈਂ ਬਹੁਤ ਪਸੰਦ ਕਰਦੀ ਹਾਂ, ਜਿਸ ਨੂੰ ਪਿਆਰ ਕੀਤਾ, ਜਿਸ ਨੂੰ ਮੈਂ ਜ਼ਿੰਦਗੀ ਦਾ, ਮੈਂ ਧਾਰਮਿਕ ਬੰਦਾ, ਮੈਂ ਕਹਾਂ ਕਿ ਮੈਂ ਇਸ ਤਰ੍ਹਾਂ ਨਹੀਂ ਕਹੂੰਗੀ ਕਿ ਅਧਿਆਤਮਿਕ ਬੰਦਾ, ਮੇਰੀ ਜ਼ਿੰਦਗੀ ਦਾ ਧਾਰਮਿਕ ਬੰਦਾ ਜੋ ਪਹਿਲਾਂ ਮੈਨੂੰ ਮੇਰੀ ਜ਼ਿੰਦਗੀ 'ਚ ਧਾਰਮਿਕ ਬੰਦਾ ਮਿਲਿਆ, ਓਸ਼ੋ ਆ। ਓਸ਼ੋ ਦੀਆਂ ਜਦੋਂ ਮੈਂ ਵੀਡੀਓ ਦੇਖਦੀ ਹਾਂ, ਟੇਪਾਂ ਸੁਣਦੀਆਂ, ਉਸਨੇ ਜਦੋਂ ਸਾਇੰਸ ਤੇ ਧਰਮ ਨੂੰ ਅਲੱਗ ਕਰ ਦਿੱਤਾ। ਹਾਲਾਂਕਿ ਤੁਸੀਂ ਜਦੋਂ ਮੇਰੇ ਨਾਲ ਹੁਣ ਗੱਲ ਕਰੋਗੇ, ਮੈਂ ਪੋਲੀਟਿਕਸ ਨੂੰ ਵੀ ਧਰਮ ਤੋਂ ਅਲੱਗ ਨਹੀਂ ਕਰੂੰਗੀ। ਜ਼ਿੰਦਗੀ ਦਾ ਕੋਈ ਵੀ ਰੂਪ, ਰੰਗ, ਆਕਾਰ ਧਰਮ ਤੋਂ ਵੱਖਰਾ ਨਹੀਂ ਗਾ। ਇਹ ਕਿੰਝ ਇੱਕ ਆ। ਜੇ ਸਾਡਾ ਵਿਸ਼ਾ ਕੁਦਰਤ ਹੋਊਗੀ ਤਾਂ ਅਸੀਂ ਇੱਕ ਦੇਖਾਂਗੇ। ਜੇ ਸਾਡੇ ਵਿਸ਼ੇ ਹੋਣਗੇ, ਮੈਂ ਹਿੰਦੂ ਹਾਂ, ਮੈਂ ਸਿੱਖ ਹਾਂ, ਮੈਂ ਮੁਸਲਮਾਨ ਹਾਂ, ਮੈਂ ਅਮੈਰੀਕਨ ਹਾਂ, ਮੈਂ ਇੰਡੀਅਨ ਹਾਂ, ਮੈਂ ਕੈਨੇਡੀਅਨ ਹਾਂ, ਮੈਂ ਜੇ ਹਾਂ, ਮੈਂ ਉਹ ਹਾਂ, ਜਦੋਂ ਅਸੀਂ ਅਲੱਗ-ਅਲੱਗ ਅਜਿਹੇ ਵਿਸ਼ਿਆਂ ਦੇ ਵਿੱਚ ਵੀ ਗੱਲ ਦੇਖਾਂਗੇ ਤਾਂ ਸਾਨੂੰ ਜ਼ਿੰਦਗੀ ਦੇ ਵਿੱਚ ਵਿਤਕਰਾ, ਭੇਦਭਾਵ ਮਿਲਣਗੇ। ਪਰ ਜਦੋਂ ਅਸੀਂ ਕੁਦਰਤ ਦੇ ਵੱਲ ਦੇਖਾਂਗੇ, ਕੁਦਰਤ ਨੂੰ ਆਪਣੀ ਵਿੰਡੋ ਬਣਾਵਾਂਗੇ, ਕੁਦਰਤ ਨੂੰ ਆਪਦੀ ਉਹ ਖਿੜਕੀ ਬਣਾਵਾਂਗੇ, ਉਸ ਦੇ ਵਿੱਚ ਵੀ ਮੈਂ ਨਹੀਂ ਸੋਚ ਸਕਦੀ ਕੋਈ ਵੀ ਜਿਹੜਾ ਇਨਸਾਨ ਹੋਊਗਾ ਉਸ ਦੇ ਵਿੱਚ ਭੇਦਭਾਵ ਰਹੂਗਾ, ਉਸ ਦੇ ਵਿੱਚ ਵਿਤਕਰਾ ਰਹੂਗਾ, ਉਹ ਜ਼ਿੰਦਗੀ ਨੂੰ ਇਸ ਤਰੀਕੇ ਦੇ ਨਾਲ ਦੇਖੂਗਾ। ਓਸ਼ੋ ਜਦੋਂ ਸਾਇੰਸ ਦੀ ਅਤੇ ਧਰਮ ਦੀ ਨੂੰ ਅਲੱਗ ਕਰਦਾ, ਅਲੱਗ ਨਾਲ ਦੇਖਦਾ, ਉੱਥੇ ਹੀ ਮੇਰੀ ਜ਼ਿੰਦਗੀ, ਇਹ ਮੇਰਾ ਦੇਖਣ ਦਾ
ਤੇਰੀ ਜ਼ਿੰਦਗੀ ਨੂੰ ਦੇਖਣ ਦਾ ਤਰੀਕਾ ਵਾ। ਮੇਰੀ ਜ਼ਿੰਦਗੀ ਨੇ ਉਸ ਨੂੰ ਉਸੇ ਵਕਤ ਕਹਿ ਦਿੱਤਾ, ਇਹ ਅਧਿਆਤਮਕ ਬੰਦਾ ਨਹੀਂ ਗਾ, ਇਹ ਧਾਰਮਿਕ ਬੰਦਾ ਹੋ ਸਕਦਾ, ਅਧਿਆਤਮਕ ਬੰਦਾ ਨਹੀਂ ਹੋ ਸਕਦਾ। ਮੈਨੂੰ ਜ਼ਿੰਦਗੀ ਦਾ ਕੋਈ ਵੀ ਰੰਗ ਰੂਪ ਆਕਾਰ ਅਲੱਗ ਨਹੀਂ ਦਿਖਾਈ ਦਿੰਦਾ। ਮੈਂ ਖੁਦ ਨੂੰ ਕਹਿ ਸਕਦੀ ਹਾਂ ਮੈਂ ਅਧਿਆਤਮਕ ਬੰਦਾ ਹੋਊਂਗੀ, ਹੈ ਨਹੀਂ, ਕਿਉਂਕਿ ਮੈਂ ਹਜੇ ਇਸ ਪੜਾਅ ਦੇ ਵਿੱਚ ਦੀ ਗੁਜ਼ਰ ਰਹੀ ਹਾਂ, ਗੁਜ਼ਰੀ ਨਹੀਂ। ਸ਼ੰਕਰ ਆਚਾਰੀਆ, ਇਹ ਵੱਡੇ ਵੱਡੇ ਮੱਠਾਂ ਵਾਲੇ ਕੈਨੇਡਾ ਦੇ ਵਿੱਚ ਆਉਂਦੇ ਨੇ, ਸਾਇੰਸ ਦੇ ਵਿਰੁੱਧ ਬੋਲਦੇ ਆ, ਟੈਕਨੋਲੋਜੀ ਨੇ ਜ਼ਿੰਦਗੀਆਂ ਬਰਬਾਦ ਕਰ ਦਿੱਤੀਆਂ ਕਹਿ ਰਹੇ ਆ, ਤੇ ਉਸੇ ਵਕਤ ਝੋਲੇ ਦੇ ਵਿੱਚੋਂ ਸੈਲਰ ਫੋਨ ਨਿਕਾਲਦੇ ਨੇ ਤੇ ਫੋਨ ਕਰਦੇ ਆ ਕਿਸੇ ਨੂੰ। ਮੈਂ ਹੁਣ ਹੈ ਇਹ ਜੀ, ਮੈਂ ਉਹਨਾਂ ਨੂੰ ਪੁੱਛਿਆ, ਬਾਬਾ ਜੀ ਤੁਸੀਂ ਟੈਲੀਪੈਥੀ ਕਿਉਂ ਨਹੀਂ ਕਰਦੇ? ਜਿਸ ਚੀਜ਼ ਦੇ ਵਿਰੁੱਧ ਬੋਲਦੇ ਹੋ ਉਸੇ ਚੀਜ਼ ਦਾ ਉਪਯੋਗ ਕਰਦੇ ਹੋ। ਪਹਿਲਾਂ ਤੁਸੀਂ ਗੁਰੂ ਕਾਹਦੇ ਹੋਏ ਜਦੋਂ ਤੁਸੀਂ ਕਿਸੇ ਦੂਸਰੀ ਚੀਜ਼ ਦੇ ਵਿਰੋਧ ਦੇ ਵਿੱਚ ਖੜੇ ਹੋ ਗਏ? ਤੁਹਾਨੂੰ ਇਹ ਕਿਉਂ ਨਹੀਂ ਦਿਖਾਈ ਦਿੰਦਾ ਕਿ ਪਰਮਾਤਮਾ ਦੇ ਅਨੰਤ ਰੰਗ ਰੂਪ ਆਕਾਰ ਨੇ, ਉਹ ਅਨੰਤ ਰੰਗ ਰੂਪ ਆਕਾਰਾਂ ਦੇ ਵਿੱਚ ਉਹਦੀ ਜ਼ਿੰਦਗੀ ਨੂੰ ਇਨਸਾਨ ਨੂੰ ਦਿਖਾਉਂਦਾ ਵਾ, ਸਿਖਾਉਂਦਾ ਵਾ। ਇਹ ਬੇਅੰਤ ਰੂਪ ਨੇ ਜੋ ਸਾਨੂੰ ਦਿਖਾਈ ਦਿੰਦੇ ਨੇ, ਇਹ ਸਾਨੂੰ ਉਸ ਅਨੰਤਤਾ ਦੇ ਵਿੱਚ ਲੈ ਕੇ ਜਾਂਦੇ ਆ। ਇਹ ਦਿਖਾਈ ਕਿਉਂ ਨਹੀਂ ਦਿੰਦਾ? ਜੇ ਉਹਨਾਂ ਦੇ ਕੋਲੇ ਮੂਲ ਸਰੋਤ, ਮੂਲ ਗੁਣ ਹੀ ਹੈ ਨਹੀਂ ਗਾ, ਫਿਰ ਉਹ ਧਾਰਮਿਕ ਗੁਰੂ ਕਿੰਜ ਹੋ ਗਏ? ਅਸੀਂ ਉਹਨਾਂ ਨੂੰ ਧਾਰਮਿਕ ਗੁਰੂ ਮੰਨ ਕਿੰਜ ਲਿਆ? ਮੇਰੀ ਸਮਝ ਤੋਂ ਬਾਹਰ। ਮੇਰੇ ਪਹਿਲੇ ਕਦਮ ਨੇ ਹੀ ਮੇਰੇ ਧਰਮ ਦੇ ਵਿੱਚ, ਮੈਂ ਹਜੇ ਪ੍ਰਵੇਸ਼ ਵੀ ਨਹੀਂ ਹੋਈ, ਹਜੇ ਧਰਮ ਦੇ ਵਿੱਚ ਪ੍ਰਵੇਸ਼ ਹੋਣ ਦੀ ਮੇਰੀ ਹਜੇ ਬਾਰੀ ਆਈ ਵੀ ਨਹੀਂ ਗੀ। ਮੇਰੇ ਵਿੱਚ ਇੱਕ ਚਾਹਨਾ ਉੱਠੀ ਆ ਕਿ ਪਰਮਾਤਮਾ ਕੀ ਚੀਜ਼ ਆ, ਪਰਮਾਤਮਾ ਕਿਹੋ ਜਿਹਾ ਵਾ। ਮੇਰੇ 'ਚ ਉਦਾਸੀ ਆ ਗਈ। ਉਸ ਉਦਾਸੀ ਨੇ ਮੈਨੂੰ ਕੁਦਰਤ ਦੇ ਵਿੱਚ ਖੜੀ ਕਰ ਦਿੱਤਾ। ਹਜੇ ਕੁਦਰਤ ਮੈਨੂੰ ਸਮਝਾ ਰਹੀ ਆ, ਹਜੇ ਕੁਦਰਤ ਦੇ ਪਹਿਲੇ ਲੈਸਨ ਤੇ ਹੀ ਮੈਂ ਦੇਖ ਲਿਆ ਕਿ ਅਸੀਂ ਸਭ ਇੱਕ ਹਾਂ। ਮੈਨੂੰ ਸਾਇੰਸ, ਸਾਈਕੋਲੋਜੀ, ਫਿਲੋਸਫੀ, ਹਰ ਚੀਜ਼ ਦੀ, ਮੈਟਾਫਿਜ਼ਿਕਸ, ਫਿਜ਼ਿਕਸ ਦੀ ਹਰ ਚੀਜ਼ ਦੀ ਜਾਣਕਾਰੀ ਦੇਣ ਲੱਗ ਗਿਆ। ਮਨ ਕੀ ਆ, ਚੇਤਨਾ ਕੀ ਆ, ਹਰ ਚੀਜ਼, ਸਬ ਕੌਨਸ਼ੀਅਸ ਐਵਰੀਥਿੰਗ ਮੈਨੂੰ ਇਹ ਕਾਇਨਾਤ ਕੁਦਰਤ ਦੇ ਥਰੂ ਸਮਝਾਉਣ ਲੱਗ ਗਈ। ਮੇਰਾ ਫਸਟ ਕਦਮ ਹੀ ਸ਼ੁਰੂ ਇਹਦੇ ਤੋਂ ਹੋਇਆ ਕਿ ਇਹ ਤਮਾਮ ਕਾਇਨਾਤ ਇੱਕ ਆ। ਉਹ ਜੋ ਗੁਰੂ ਨੇ, ਉਹ ਕਹਿੰਦੇ ਨੇ ਸੈਲਫ ਰਿਲਾਈਜੇਸ਼ਨ ਵਾਲੇ ਨੇ, ਇਹ ਪਹੁੰਚੇ ਹੋਏ ਨੇ, ਇਹਨਾਂ ਨੇ ਪਰਮਾਤਮਾ ਦੇ ਦੀਦਾਰ ਕੀਤੇ ਹੋਏ ਨੇ, ਉਹਨਾਂ ਨੂੰ ਹਜੇ ਤੱਕ ਇਹ ਵੱਖ-ਵੱਖ ਕਿਉਂ ਦਿਖਦਾ? ਮੇਰੇ ਪਹਿਲੇ ਕਦਮ ਦੇ ਉੱਤੇ ਹੀ ਹਜੇ ਮੈਂ ਐਂਟਰ ਨਹੀਂ ਹੋਈ। ਮੇਰੇ ਪਹਿਲੇ ਹੀ ਕਦਮ ਦੇ ਉੱਤੇ ਮੇਰੇ ਸਵਾਲ ਨੇ ਮੈਨੂੰ ਘੇਰ ਲਿਆ। ਮੈਂ ਤਾਂ ਖੋਜ ਕਰਦੀ ਹਾਂ ਸੰਨਿਆਸੀ ਮਨ ਦੀ, ਕਿਉਂਕਿ ਮੇਰੀ ਜ਼ਿੰਦਗੀ ਮੈਨੂੰ ਪਿਓਰ ਸੰਨਿਆਸੀ ਮਨ ਤੱਕ ਹੀ ਲੈ ਕੇ ਜਾਊਗੀ। ਉਸਨੇ ਮੈਨੂੰ ਜ਼ਿੰਦਗੀ ਦੇ ਵਿੱਚ ਧਰਮ ਦਾ ਸੱਚ ਰੂਪ ਵੀ ਦਿਖਾਉਣਾ, ਮੈਨੂੰ ਉਸਨੇ ਜ਼ਿੰਦਗੀ ਦੇ ਵਿੱਚ ਧਰਮ ਦਾ ਗਲਤ ਰੂਪ ਵੀ ਦਿਖਾਉਣਾ, ਕਿਉਂਕਿ ਮੈਨੂੰ ਪਤਾ, ਇਹ ਹਰ ਇਨਸਾਨ ਨੂੰ ਪਤਾ ਹੁੰਦਾ ਕਿ ਉਹ ਕਿੱਥੇ ਤੱਕ ਜਾ ਸਕਦਾ। ਮੈਂ ਆਪਣੀ ਛੋਟੀ ਜਿਹੀ ਜਾਣਕਾਰੀ ਦੇ ਨਾਲ ਸਿਰਫ ਫਿਰ ਇਹੀ ਕਹਿ ਸਕਦੀ ਹਾਂ ਕਿ ਇਹ ਧਾਰਮਿਕ ਨੇਤਾ ਹੋਣਗੇ, ਪਰ ਇਹ ਪੈਸਾ ਕਮਾਉਣ ਲਈ ਹੋ ਸਕਦੇ ਆ, ਦੁਨੀਆ ਨੂੰ ਕਮਾਉਣ ਲਈ ਹੋ ਸਕਦੇ ਆ, ਦੁਨੀਆਦਾਰੀ ਨੂੰ ਕਮਾਉਣ ਲਈ ਹੋ ਸਕਦੇ ਆ, ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਹੋ ਸਕਦੇ ਆ, ਪਰ ਰੱਬ ਨੂੰ ਕਮਾਉਣ ਦੇ ਲਈ ਹਰਗਿਜ਼ ਨਹੀਂ ਹੋ ਸਕਦੇ। ਜਿਵੇਂ ਓਸ਼ੋ ਸੀ, ਓਸ਼ੋ ਨੇ ਜਿਸ ਤਰ੍ਹਾਂ ਧਾਰਮਿਕ ਗ੍ਰੰਥਾਂ ਨੂੰ ਇੰਨੇ ਸੁੰਦਰ ਤਰੀਕੇ ਦੇ ਨਾਲ ਪੇਸ਼ ਕੀਤਾ, ਇੰਨਾ ਇਹ ਤਰੀਕਾ ਲਾਜਵਾਬ ਸੀ। ਮੈਨੂੰ ਇੰਝ ਲੱਗਦਾ ਸੀਗਾ ਕਿ ਇਸ ਨੇ ਬੁਝੀ ਹੋਈ ਮੋਮਬੱਤੀ ਨੂੰ ਜਗਾ ਦਿੱਤਾ, ਅਤੇ ਇਸ ਬੁਝੀ ਹੋਈ ਮੋਮਬੱਤੀ ਨੂੰ ਜਗਾ ਕੇ ਇਸ ਨੇ ਪੁਰਾਣੇ ਰਿਸ਼ੀਆਂ ਮੁਨੀਆਂ ਨੂੰ ਸਿਰ ਝੁਕਾ ਦਿੱਤਾ। ਓਸ਼ੋ ਮੇਰੇ ਸੰਨਿਆਸੀ ਮਨ ਦਾ ਪਹਿਲਾ ਕਦਮ। ਅੱਜ ਮੇਰੀ ਬਹੁਤ ਸਾਰੀ ਬਾਤਚੀਤ ਹੈ ਜਿਹੜੀ ਰੁੱਖਾਂ ਦੇ ਨਾਲ ਹੁੰਦੀ ਆ, ਪਕਸ਼ੀਆਂ ਦੇ ਨਾਲ ਹੁੰਦੀ ਆ। ਰੁੱਖ ਨੇ ਮੈਨੂੰ ਸਮਝਾ ਰਹੇ ਨੇ ਸੰਨਿਆਸੀ ਮਨ ਕਿਹੋ ਜਿਹਾ ਵਾ, ਪਕਸ਼ੀ ਮੈਨੂੰ ਸਮਝਾ ਰਹੇ ਨੇ
ਕਿ ਜ਼ਿੰਦਗੀ ਕੀ ਆ। ਹਰ ਜਗ੍ਹਾ ਦੇ ਉੱਤੇ ਜ਼ਿੰਦਗੀ ਦੇ ਵਿੱਚ ਇੱਕ ਸਬਕ ਆ, ਇੱਕ ਗਿਆਨ ਆ, ਇੱਕ ਕਲਾ ਵਾ। ਮੈਂ ਸਿਰਫ ਇਹੀ ਕਹਿ ਸਕਦੀ ਹਾਂ ਕਿ ਜਿਹੜਾ ਇਹ ਸੰਸਾਰ ਆ, ਇਸ ਤੋਂ ਵੱਡੀ ਅਤੇ ਗਹਿਰੀ ਹੋਰ ਕੋਈ ਵੀ ਕੁਦਰਤੀ ਧਾਰਮਿਕ ਕਿਤਾਬ ਹੋ ਨਹੀਂ ਸਕਦੀ। ਜਿੰਨੇ ਵੀ ਰਿਸ਼ੀ ਮੁਨੀ ਪੀਰ ਪੈਗੰਬਰ ਹੋਏ ਨੇ, ਉਹਨਾਂ ਨੇ ਇਸੇ ਕਿਤਾਬ ਦੇ ਸਹਾਰੇ ਹੀ, ਇਸ ਕਿਤਾਬ ਨੂੰ ਹੀ ਪੜ੍ਹਿਆ ਅਤੇ ਇਸ ਕਿਤਾਬ ਦੇ ਸਹਾਰੇ ਹੀ ਉਹਨਾਂ ਦੀ ਜ਼ਿੰਦਗੀ ਪ੍ਰਵਾਨ ਹੋਈ ਆ ਅਤੇ ਉਹਨਾਂ ਨੇ ਇਸ ਜ਼ਿੰਦਗੀ ਦੀ ਚਰਚਾ ਕੀਤੀ ਆ। ਅੱਜ ਮੈਨੂੰ ਜ਼ਿੰਦਗੀ ਰੁੱਖਾਂ ਦੇ ਜ਼ਰੀਏ ਗਹਿਰਾ ਸਬਕ ਦਿੰਦੀ ਆ, ਕਿਉਂਕਿ ਮੇਰਾ ਗੁਰੂ ਕੁਦਰਤ ਹੈ, ਇਹ ਨੇਚਰ ਆ। ਸੰਨਿਆਸੀ ਮਨ ਕਿਹੋ ਜਿਹਾ ਹੁੰਦਾ ਵਾ, ਜ਼ਿੰਦਗੀ ਨੂੰ ਉਹ ਕਿੰਝ ਦੇਖਦਾ ਵਾ, ਕਿੰਝ ਸੋਚਦਾ ਵਾ, ਕਿਸ ਭਾਵਨਾ ਦੇ ਨਾਲ, ਕਿਸ ਵਿਵਹਾਰ ਦੇ ਨਾਲ ਉਹ ਜ਼ਿੰਦਗੀ ਦੇ ਵਿੱਚ ਦੀ ਨਿਕਲਦਾ ਵਾ। ਜਦ ਮੈਂ ਹਲਕੇ ਜਿਹੇ ਕਦਮਾਂ ਨੂੰ ਦੇ ਨਾਲ ਇਸ ਜ਼ਿੰਦਗੀ ਦੇ ਵਿੱਚ ਜਾਂਦੀ ਹਾਂ ਅਤੇ ਰੁੱਖਾਂ ਨੂੰ ਦੇਖਦੀ ਇਸ ਸੰਨਿਆਸੀ ਮਨ ਨੂੰ ਸਮਝਣ ਦੀ ਚਾਹਨਾ ਦੇ ਨਾਲ ਭੱਜੀ ਫਿਰਦੀ ਹਾਂ, ਤਾਂ ਮੈਂ ਦੇਖਦੀ ਹਾਂ ਕਿ ਹਵਾ ਦੇ ਬੁੱਲੇ ਨੇ ਰੁੱਖ ਦੇ ਉੱਤੋਂ ਸੁੱਕੇ ਹੋਏ ਪੱਤਿਆਂ ਨੂੰ ਝਾੜਨਾ ਸ਼ੁਰੂ ਕਰ ਦਿੱਤਾ। ਇਹ ਝੜਦੇ ਰੁੱਖਾਂ ਤੋਂ ਜਿਹੜੇ ਪੱਤੇ ਸੀ, ਇੰਝ ਲੱਗਦਾ ਸੀ ਜਿਵੇਂ ਰੰਗ ਬਿਰੰਗੀਆਂ ਫੁੱਲ ਦੀਆਂ ਪੱਤੀਆਂ ਤੋਂ ਵੀ ਨਿਰਾਲੇ ਤੇ ਬਹੁਤ ਹੀ ਗਹਿਰੇ ਤੇ ਬਹੁਤ ਹੀ ਸੋਹਣੇ ਸੀ। ਇੰਝ ਝੜਦੇ ਸੀ, ਇੰਝ ਵਰਦੇ ਸੀ ਜਿਵੇਂ ਕਿ ਕੋਈ ਪਰਮਾਤਮਾ ਕਾਇਨਾਤ ਇਸ ਸੰਸਾਰ ਦੀ ਵਾਰਨਾ ਕਰਦੀ ਹੋਵੇ। ਸੁੱਕੇ ਪੱਤਿਆਂ ਦਾ ਝੜਨਾ ਮੈਨੂੰ ਇੰਝ ਲੱਗਿਆ ਕਿ ਜਿਵੇਂ ਮੈਂ ਹੀ ਝੜ ਗਈ। ਮੇਰਾ ਇਹ ਝੜਨਾ ਮੈਨੂੰ ਇੱਕ ਗਹਿਰੀ ਚੁੱਪ ਦੇ ਵਿੱਚ ਲੈ ਕੇ ਜਾਂਦਾ, ਜਿੱਥੇ ਮੈਂ ਵੀ ਇੱਕ ਰੁੱਖ ਦੀ ਤਰ੍ਹਾਂ ਰੁੱਖ ਹੀ ਆਪਣੇ ਆਪ ਨੂੰ ਮਹਿਸੂਸ ਕਰਦੀ ਹਾਂ ਅਤੇ ਮੈਂ ਖੁਦ ਨੂੰ ਹੀ ਝੜਦਾ ਵੇਖਦੀ ਹਾਂ ਅਤੇ ਮੈਂ ਦੇਖਿਆ ਕਿ ਮੈਂ ਵਾਕਿਆ ਹੀ ਝੜਨ ਲੱਗ ਪਈ। ਮੇਰੇ ਝੜਨ ਦੇ ਵਿੱਚ ਇੱਕ ਅਜਿਹਾ ਅਨੁਭਵ ਸੀ ਜਿਸ ਨੂੰ ਮੈਂ ਜਾਣ ਗਈ ਕਿ ਇਹ ਅਸਲੀ ਜ਼ਿੰਦਗੀ ਦੀ ਜੋ ਜ਼ਮੀਨ ਆ, ਮੈਂ ਉਸ ਜ਼ਮੀਨ ਦੇ ਵਿੱਚ ਪੈਰ ਪਾ ਲਿਆ, ਜਿੱਥੇ ਹੁਣ ਅਸਲੀ ਜ਼ਿੰਦਗੀ ਅੰਕੁਰ ਹੋ ਗਈ। ਇਸ ਅਸਲੀ ਜ਼ਿੰਦਗੀ ਦਾ ਜੋ ਪਹਿਲਾ ਕਦਮ ਹੋਊਗਾ ਉਹ ਸੰਨਿਆਸ, ਮਤਲਬ ਕਿ ਸੰਨਿਆਸੀ ਮਨ ਹੋਵੇਗਾ। ਇੱਥੇ ਹੁਣ ਸੰਨਿਆਸੀ ਮਨ ਕਿਹੋ ਜਿਹਾ ਹੁੰਦਾ ਵਾ, ਜ਼ਿੰਦਗੀ ਇਹ ਸਮਝਾਊਗੀ ਰੁੱਖਾਂ ਦੇ ਜ਼ਰੀਏ।